ਅਕਾਲੀ ਦਲ ਜਿੰਦਾਬਾਦ, ਜਿੰਦਾਬਾਦ, ਸਰਦਾਰ ਕੈਪਟਨ ਅਮਰਿੰਦਰ ਸਿੰਘ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਮੈਨੂੰ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਸਰਦਾਰ ਕੈਪਟਨ ਅਮਰਿੰਦਰ ਸਿੰਘ ਜਿੰਦਾਬਾਦ। ਸੋ ਮਾਨਯੋਗ ਕੈਪਟਨ ਸਰਦਾਰ ਹਰਮਿੰਦਰ ਸਿੰਘ ਜੀ ਜਿਨ੍ਹਾਂ ਨੂੰ ਮਾਣ ਮਿਲਿਆ ਬਤੌਰ ਉਮੀਦਵਾਰ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਉਹਨਾਂ ਨੂੰ ਨਗਰ ਰਣਧੀਰਪੁਰ ਵਿਖੇ ਪਹੁੰਚਣ ਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਨੀ ਤੈਅ ਆ। ਔਰ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਸੁੱਤਾ ਦੇ ਰੂਬਰੂ ਹੋ ਆਇਓ। ਕੈਪਟਨ ਸਾਹਿਬ ਮੈਂ ਬੇਨਤੀ ਕਰਾਂ ਜੋ ਪੰਜਾਬ ਦੇ ਵਿੱਚ ਸੰਗਤਾਂ ਬੈਠੀਆਂ ਨੇ ਇਹ ਨਰੋਆ ਰਣਧੀਰਪੁਰ ਦੀ ਤੁਹਾਡੀਆਂ ਪੱਕੀਆਂ ਵੋਟਾਂ ਨੇ। ਇਹ ਆਪਣੇ ਵਿਚਾਰ ਜਿਹੜੇ ਆ ਉਹ ਸੰਗਤਾਂ ਦੇ ਨਾਲ ਸਾਂਝੇ ਕਰਨ ਸਰਦਾਰ ਹਰਭਜਨ ਸਿੰਘ ਜਿਨ੍ਹਾਂ ਨੇ ਪਿੰਡ ਜਨਤਾ ਨੂੰ ਆਪਣੇ ਜੋ ਵਿਚਾਰ ਬਲਕੀਤ ਸਿੰਘ ਜੀ ਸਰਪੰਚ ਬਹੁਤ ਪ੍ਰੋਗਰਾਮ ਰੱਖਿਆ ਹੱਥ ਜੋੜ ਕੇ ਨਮਸਕਾਰ ਸਾਹਿਬ ਇਹ ਬਹੁਤ ਵਧੀਆ ਨਾਮ ਦੇ ਇਹਨਾਂ ਦੇ ਮੁਕਾਬਲੇ ਦਾ ਕੋਈ ਵੀ ਕੈਂਡੀਡੇਟ ਜਿਹੜਾ ਵਾ ਇਹਨਾਂ ਦੀ ਵਿਜ਼ਿਟ ਕਰ ਸਕਦਾ ਸੋ ਕੱਲੇ ਆਪਾਂ ਰਾਤ ਵਿੱਚ ਕਰਕੇ ਇਹਨਾਂ ਦਾ ਸਾਥ ਦੇਈਏ ਤੋਂ ਮਾਨਵਤੀਆਂ ਸ਼ਖਸੀਅਤਾਂ ਤੇ ਦਰਜਾ ਬਦਰਜਾ ਅਹੁਦੇਦਾਰ ਸਾਹਿਬਾਨ ਮਾਵਾਂ ਭੈਣਾਂ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਤੈਅ ਆ ਤੇ ਉਸ ਸਰਕਾਰ ਦਾ ਕਾਰਯੋਗ ਪਿੰਡ ਰਣਧੀਰਪੁਰ ਦੇ ਮੇਰੇ ਵੱਡੇ ਭਰਾ ਮੇਰੇ ਛੋਟੇ ਭਰਾ ਮੇਰੀਆਂ ਭੈਣਾਂ ਸਾਡੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ। ਇਸ ਦਾ ਬਹੁਤ ਵੱਡਾ ਹਿੱਸਾ ਹੈ ਕਿਉਂਕਿ ਜਦੋਂ ਵੱਡੇ ਭਾਈ ਸਾਹਿਬ ਸਰਦਾਰ ਮਲਕੀਤ ਸਿੰਘ ਜੀ ਜਿਨ੍ਹਾਂ ਨਾਲ ਮੇਰਾ ਬੜਾ ਪ੍ਰੇਮ ਹੈ ਸਾਰੇ ਫੈਮਿਲੀ ਨਾਲ ਹੀ ਬੜਾ ਪ੍ਰੇਮ ਹੈ ਉੱਥੋਂ ਇਹ ਗੱਲ ਸ਼ੁਰੂ ਹੋਈ। ਇਹਨਾਂ ਨੇ ਜਦੋਂ ਮੈਨੂੰ ਮਿਲਣਾ ਪਰਿਵਾਰ ਨੇ ਤੇ ਮੈਨੂੰ ਪ੍ਰੇਰਨਾ ਕਿ ਕੈਪਟਨ ਸਾਹਿਬ ਤੁਸੀਂ ਸੁਲਤਾਨਪੁਰ ਤੋਂ ਜ਼ਰੂਰ ਇਲੈਕਸ਼ਨ ਲੜੋ। ਉਦੋਂ ਮੇਰਾ ਕੋਈ ਮਨ ਨਹੀਂ ਸੀ ਕਿਉਂਕਿ ਮੈਂ ਪੋਲੀਟੀਸ਼ੀਅਨ ਹੈ ਨਹੀਂ, ਇੱਕ ਸੇਵਾ ਭਾਵਨਾ ਲੈ ਕੇ ਦੁਨੀਆ 'ਚ ਤੁਰਿਆ ਫਿਰਦਾ ਸੀ, ਇਲਾਕੇ 'ਚ ਤੁਰਿਆ ਫਿਰਦਾ ਸੀ ਜਿਹਨੂੰ ਆਪਾਂ ਸਮਾਜ ਸੇਵੀ ਕਹਿ ਸਕਦੇ ਹਾਂ। ਪਰ ਜਦੋਂ ਬਾਰ-ਬਾਰ ਇਹਨਾਂ ਨਾਲ ਮਿਲਣਾ ਇਹਨਾਂ ਨੇ ਮੈਨੂੰ ਪ੍ਰੇਰਨਾ ਤੇ ਸ਼ਾਇਦ ਉਸ ਪ੍ਰੇਰਨਾ ਦਾ ਸਦਕਾ ਹੀ ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਟਿਕਟ ਦੀ ਆਫਰ ਕੀਤੀ ਕਿ ਤੁਸੀਂ ਟਿਕਟ ਲਵੋ, ਅਸੀਂ ਤੁਹਾਨੂੰ ਟਿਕਟ ਦੇਣਾ ਚਾਹੁੰਦੇ ਆ, ਤੁਸੀਂ ਸੁਲਤਾਨਪੁਰ ਇਲਾਕੇ ਦੀ ਸੇਵਾ ਕਰੋ। ਔਰ ਮੇਰੇ ਨਸੀਬ ਦੇ ਵਿੱਚ ਇਹ ਲਿਖਿਆ ਸੀ ਗੁਰੂ ਨਾਨਕ ਦੇਵ ਜੀ ਦੀ ਨਗਰੀ ਦੀ ਸੇਵਾ ਕਰਨੀ। ਔਰ ਮੈਂ ਆਪਣੇ ਆਪ ਨੂੰ ਬਹੁਤ ਮਾਣ ਮਹਿਸੂਸ ਕਰਦਾ ਕਿ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਇਸ ਨਗਰੀ ਦੀ ਸੇਵਾ ਕਰਨ ਵਾਸਤੇ ਬਤੌਰ MLA ਇਲੈਕਸ਼ਨ ਲੜ ਕੇ ਮੈਂ ਇਸ ਨਗਰੀ ਦੀ ਸੇਵਾ ਕਰਾਂਗਾ। ਆਸਤੇ ਆਸਤੇ ਜਿਹੜਾ ਸਾਡਾ ਫਲਸਫਾ ਸੀ ਕਾਰਵਾਂ ਸੀ ਇਹ ਸਾਰੇ ਹੀ ਨਗਰ ਵਾਸੀਆਂ ਦਾ ਇਹ ਚੱਲੇ ਤਾਂ ਸੀ ਮੈਨੂੰ ਟਿਕਟ ਦਿਵਾਉਣ, ਉਸ ਤੋਂ ਬਾਅਦ ਇਹ ਮੇਰੇ ਸਪੋਰਟਰ ਬਣੇ ਵੋਟਰ ਬਣੇ ਤੇ ਆਸਤੇ ਆਸਤੇ ਸਾਰਾ ਨਗਰ ਮੇਰਾ ਸਪੋਰਟਰ ਬਣ ਗਿਆ। ਅੱਜ ਦੀ ਤਰੀਕ ਦੇ ਵਿੱਚ ਇਹ ਪਹਿਲਾ ਪਿੰਡ ਆ ਜਿਹਨੂੰ ਮੈਂ ਕਹਿ ਸਕਦਾ ਕਿ ਸਾਰਾ ਪਿੰਡ ਹੀ ਮੇਰਾ ਸਪੋਰਟਰ ਆ। ਕਿਸੇ ਕੰਮ ਦੇ ਵਿੱਚ ਇਸ ਹਰ ਨਗਰ ਦਾ ਕੋਈ ਨਾ ਕੋਈ ਜੀਵ ਮੇਰੇ ਨਾਲ ਖੜਾ ਵਾ, ਚਾਹੇ ਉਹ ਸਾਡਾ ਐਡਮਿਨਿਸਟ੍ਰੇਸ਼ਨ ਕੰਮ ਆ, ਚਾਹੇ ਉਹ ਸਾਡਾ ਬਾਹਰ ਪਿੰਡਾਂ ਵਿੱਚ ਕੰਮ ਹੈ, ਚਾਹੇ ਉਹ ਸਾਡਾ ਇੱਥੇ ਸ਼ਹਿਰ ਦੇ ਵਿੱਚ ਕੰਮ ਆ। ਹਰ ਕੰਮ ਦੇ ਵਿੱਚ ਇਹ ਸਾਰਾ ਨਗਰ ਸਹਾਈ ਹੁੰਦਾ ਵਾ ਮੇਰੇ ਨਾਲ ਇਸ ਇਲੈਕਸ਼ਨ ਨੂੰ ਕਾਮਯਾਬ ਕਰਨ ਵਾਸਤੇ। ਮੈਨੂੰ ਮੈਂ ਬੜਾ ਧੰਨਵਾਦੀ ਹਾਂ ਤੁਹਾਡੇ ਸਾਰੇ ਹੀ ਇਸ ਨਗਰ ਦਾ, ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੋ। ਮੈਨੂੰ ਮੌਕਾ ਮਿਲਿਆ, ਮੈਨੂੰ ਟਿਕਟ ਮਿਲੀ ਤੇ ਆਪਾਂ ਇਸ ਇਲੈਕਸ਼ਨ ਦੀ ਮੁਹਿੰਮ ਨੂੰ ਸ਼ੁਰੂ ਕੀਤਾ। ਅੱਜ ਇਹ ਇਲੈਕਸ਼ਨ ਕਾਫੀ ਅੱਗੇ ਨਿਕਲ ਚੁੱਕਿਆ ਹੈ। ਤੁਸੀਂ ਵੀ ਦੇਖਦੇ ਆ ਕਿ ਹਾਲਾਤ ਇਦਾਂ ਦੇ ਬਣਦੇ ਜਾ ਰਹੇ ਆ ਇਲੈਕਸ਼ਨ ਦੇ ਵਿੱਚ, ਕਿਉਂਕਿ ਪਹਿਲਾਂ ਟਿਕਟਾਂ ਦੀ ਗੱਲ ਸੀ,
ਹੁਣ ਟਿਕਟਾਂ ਜਦੋਂ ਡਿਕਲੇਅਰ ਹੋ ਗਈਆਂ 3-4 ਕੈਂਡੀਡੇਟ ਬਣ ਗਏ। ਚਲੋ ਆਜ਼ਾਦ ਕੈਂਡੀਡੇਟ ਕਈ ਆਉਂਦੇ ਆ, ਕਈ ਜਾਣਗੇ, ਉਹ ਅਲੱਗ ਗੱਲ ਆ। ਲੇਕਿਨ ਗੱਲ ਰਹਿ ਗਈ ਸਿਰਫ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਕਾਂਗਰਸ ਦੀ ਜਾਂ ਆਪਾਂ ਜਿਹਨੂੰ ਆਮ ਪਾਰਟੀ ਕਹਿ ਸਕਦੇ ਹਾਂ। ਜੇ ਮੈਂ ਸ਼ੁਰੂਆਤ ਕਰਾਂ ਆਮ ਪਾਰਟੀ ਤੋਂ, ਤਾਂ ਮੈਂ ਤੁਹਾਨੂੰ ਇਹੋ ਹੀ ਕਹਿਣਾ ਚਾਹੁੰਦਾ ਕਿ ਆਮ ਪਾਰਟੀ ਜਿਹੜੀ ਆ ਉਹ ਆਪਣੀ ਪਾਰਟੀ ਨਹੀਂ, ਜਿਹਨੂੰ ਆਪਾਂ ਪੰਜਾਬੀਆਂ ਦੀ ਪਾਰਟੀ ਕਹੀਏ। ਦੇਖੋ, ਕਿਉਂਕਿ ਉਹ ਦਿੱਲੀ ਆ, ਦਿੱਲੀ ਤਾਂ ਉਹਨਾਂ ਦਾ ਹੈੱਡ ਆਫਿਸ ਦਾ, ਦਿੱਲੀ ਤੋਂ ਉਹਨਾਂ ਆਉਣਾ, ਦਿੱਲੀ ਤੋਂ ਜਾਣਾ ਤੇ ਦਿੱਲੀ ਹੀ ਵਾਪਸ ਚਲੇ ਜਾਣਾ। ਆਪਾਂ ਸ਼੍ਰੋਮਣੀ ਅਕਾਲੀ ਦਲ ਇਹ 100 ਸਾਲ ਪੁਰਾਣੀ ਪਾਰਟੀ ਆ। 100 ਐਡਾ ਵੱਡਾ ਇਹਨਾਂ ਦਾ ਹਿਸਟਰੀ ਹੈ ਇਹਨਾਂ ਦੀ। ਔਰ ਅੱਜ ਆਪਾਂ ਪੰਜਾਬੀਅਤ ਦੇ ਨਾਲ ਜੁੜੇ ਆ ਔਰ ਆਪਾਂ ਮਾਣ ਆ ਆਪਾਂ ਨੂੰ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਆ, ਜਿਹਦੀ ਪਾਰਟੀ ਦੀ ਇੰਨੀ ਹਿਸਟਰੀ ਆ। ਔਰ ਅਸੀਂ ਆਪਣੀ ਬਾਹ ਕਿਸੇ ਹੋਰ ਦੇ ਹੱਥ ਨਹੀਂ ਫੜਾਉਣੀ। ਸਾਨੂੰ ਪੰਜਾਬ ਨੂੰ ਚਲਾਉਣਾ ਆਉਂਦਾ ਹੈ। ਅਸੀਂ ਪੰਜਾਬ ਆਪ ਚਲਾਵਾਂਗੇ। ਅਸੀਂ ਬਾਹਰ ਕਿਸੇ ਨੂੰ ਆਪਣੀ ਬਾਹ ਨਹੀਂ ਫੜਾਉਣੀ। ਇਹ ਮੇਰੀ ਇੱਕ ਬੇਨਤੀ ਹੈ ਸਾਰੇ ਵੀਰਾਂ ਨੂੰ। ਦੂਸਰੀ ਗੱਲ ਆਪਾਂ ਕਰਦੇ ਹਾਂ ਕਾਂਗਰਸ ਪਾਰਟੀ ਦੀ। ਪਿਛਲੇ 5 ਸਾਲ ਤੁਸੀਂ ਜੋ ਆਪਣੇ ਨਾਲ ਬੀਤਿਆ, ਮੇਰੇ ਹਿਸਾਬ ਨਾਲ ਉਹ ਰਾਮ ਰਾਜ ਨਹੀਂ, ਉਹ ਰਾਵਣ ਰਾਜ ਸੀ, ਜੰਗਲ ਰਾਜ ਸੀ, ਜਿਸ ਚੋਂ ਆਪਾਂ ਸਾਰੇ ਨਿਕਲੇ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਆਪਾਂ ਸਾਰੇ ਜਾਣਦੇ ਆ ਕਿ ਇਸ ਸ਼ਹਿਰ, ਖਾਸ ਕਰਕੇ ਆਪਣੇ ਸੁਲਤਾਨਪੁਰ ਸ਼ਹਿਰ ਦੇ ਵਿੱਚ ਆਪਾਂ ਸੰਤਾਪ ਜਿਹੜਾ ਭੋਗਿਆ ਨਾ, ਉਹਨੂੰ ਬੱਚਾ ਜਾਣਦਾ। ਔਰ ਜੋ ਇਹ ਗੁਰੂ ਨਾਨਕ ਦੀ ਨਗਰੀ ਨਾ ਹੋਇਆ, ਇਹਨਾਂ ਲੀਡਰਾਂ ਨੇ ਕੀਤਾ, ਅੱਜ ਇਹਨਾਂ ਨੂੰ ਭੁਗਤਣਾ ਪੈ ਰਿਹਾ, ਕਿਉਂਕਿ ਇਹ ਪਾਰਟੀ ਖੁਦ ਖੇਰੂ ਹੋ ਗਈ ਹੈ। ਸੰਤਾਪ ਹੈ ਜਿਹਨੇ ਇਸ ਨਗਰ ਨਾਲ, ਗੁਰੂ ਨਾਨਕ ਦੇ ਨਗਰ ਨਾਲ ਇਹ ਧਰੋਹ ਕੀਤਾ, ਉਹਨੂੰ ਬਖਸ਼ਿਆ ਨਹੀਂ ਜਾਊਗਾ। ਇਹ ਗੁਰੂ ਨਾਨਕ ਕਦੀ ਨਹੀਂ ਬਖਸ਼ੂਗਾ। ਇਹਨਾਂ ਨੇ ਗੁਰੂ ਨਾਨਕ ਦੀ ਨਗਰੀ ਦੇ ਜਿਹੜੀ ਜਨਤਾ, ਜਿਹੜਾ ਇੱਥੋਂ ਦਾ ਸਮਾਜ ਆ, ਉਹਨਾਂ ਨੂੰ ਨਹੀਂ ਛੱਡਿਆ। ਉਹਨਾਂ ਦੇ ਉੱਪਰ ਝੂਠੇ ਪਰਚੇ ਕਰਾ ਕੇ ਲੁੱਟਿਆ ਤੇ ਕੁੱਟਿਆ। ਇੱਥੋਂ ਮੈਂ ਦੂਰ ਕੀ ਜਾਣਾ। ਮੈਂ ਇਹ ਵੀ ਦੇਖਿਆ, ਮੈਨੂੰ ਇਹ ਵੀ ਪਤਾ ਲੱਗਾ ਕਿ ਹਰ ਚੀਜ਼ ਹੀ ਇੱਥੇ ਵਿਕਾਊ ਸੀ। ਚੇਅਰਮੈਨੀਆਂ ਵੀ ਵਿਕਾਊ ਸੀ, ਸਰਪੰਚੀਆਂ ਵੀ ਵਿਕਾਊ ਸੀ ਤੇ ਨੰਬਰਦਾਰੀਆਂ ਵੀ ਵਿਕਾਊ ਸੀ। ਇਹ ਹਾਲਾਤ ਸੀ ਆਪਣੇ ਇਸ ਇਲਾਕੇ ਦੇ, ਜਿੱਥੋਂ ਆਪਾਂ ਗੁਜ਼ਰੇ ਆ ਪਿਛਲੇ 5 ਸਾਲ। ਮੈਂ ਇਸ ਨੂੰ ਬਹੁਤ ਭਲੀ ਭਾਂਤ ਜਾਣਿਆ, ਦੇਖਿਆ, ਕਿਉਂਕਿ ਮੈਂ ਚਾਹੁੰਦਾ ਸੀ ਕਿ ਕਿਸ ਤਰ੍ਹਾਂ ਇੱਕ ਇਹੋ ਜਿਹਾ ਹੀਲਾ ਲੱਭਿਆ ਜਾਵੇ ਕਿ ਲੋਕਾਂ ਨੂੰ ਅਸੀਂ ਸੁੱਖ ਤੇ ਸਕੂਨ ਦੀ ਜ਼ਿੰਦਗੀ ਦੇ ਸਕੀਏ। ਉਹ ਬਾਬੇ ਨਾਨਕ ਨੇ ਕਿਰਪਾ ਕੀਤੀ, ਮੈਨੂੰ ਟਿਕਟ ਦਿੱਤੀ ਤੇ ਤੁਸੀਂ ਮੇਰਾ ਸਾਥ ਦੇ ਰਹੇ ਹੋ। ਆਪਾਂ ਇਸੇ ਹੀ ਜੋ ਮੈਨੂੰ ਹੁਕਮ ਹੋਇਆ, ਆਪਾਂ ਉਹਨੂੰ ਪੂਰਾ ਕਰਨਾ। ਤੁਸੀਂ ਮੇਰਾ ਸਾਥ ਦੇਣਾ ਔਰ ਤੁਸੀਂ ਮੇਰਾ ਸਾਥ ਦੇ ਰਹੇ ਹੋ। ਵੀਰੋ, ਮੇਰੇ ਕੋਲ ਬਹੁਤ ਕੁਝ ਰਿਕਾਰਡ ਹੈ ਮੇਰੇ ਪਾਸ, ਜੋ ਇਸ ਸ਼ਹਿਰ ਨਾਲ ਬੀਤਿਆ, ਜੋ ਇਹਨਾਂ ਨੇ ਕੀਤਾ। ਮੈਂ ਜੇ ਤੁਹਾਨੂੰ ਨਾਲ ਥੋੜੀਆਂ ਜਿਹੀਆਂ ਛੋਟੀਆਂ ਗੱਲਾਂ ਕਰਾਂ, ਬਹੁਤ ਘੱਟ ਟਾਈਮ ਹੋਏਗਾ, ਲੇਕਿਨ ਮੈਂ ਲੰਬਾ ਨਹੀਂ ਜਾਣਾ ਚਾਹੁੰਦਾ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਆਪਾਂ ਇੱਥੇ 2-2.5 ਸਾਲ ਪਹਿਲਾਂ ਗੁਰਪੁਰਬ ਸਾਹਿਬ ਮਨਾਇਆ ਸੀ ਗੁਰੂ ਨਾਨਕ ਦੇਵ ਜੀ ਦਾ। ਪਵਿੱਤਰ ਨਗਰੀ ਆ। ਤੁਸੀਂ ਸਾਰੇ ਹੀ ਬੜੀ ਉਤਸ਼ਾਹ ਨਾਲ, ਤਮੰਨਾ ਨਾਲ ਇੱਥੇ ਤੁਸੀਂ ਵੀ ਆਏ ਤੇ ਦੁਨੀਆ ਵੀ ਆਈ, ਬਾਹਰੋਂ ਇਲਾਕੇ ਦੇ ਵਿੱਚੋਂ। ਲੇਕਿਨ ਅੱਜ 2-2.5 ਸਾਲ ਬਾਅਦ ਜਦੋਂ ਮੈਂ ਦੇਖ ਰਿਹਾ, ਮੈਂ ਪਹਿਲਾਂ ਵੀ ਦੇਖਿਆ ਸੀ, ਹੁਣ ਵੀ ਦੇਖ ਰਿਹਾ, ਕਿਉਂਕਿ ਹੁਣ ਮੈਂ ਉਹਨੂੰ ਸਟੱਡੀ ਕੀਤਾ। ਮੈਂ ਦੇਖ ਰਿਹਾ ਕਿ ਇਸ ਸ਼ਹਿਰ ਦੇ ਵਿੱਚ ਜੋ ਪਤਾ ਲੱਗਾ ਮੈਨੂੰ, ਕਾਫੀ ਪੈਸਾ ਲੱਗਾ, ਕਰੋੜਾਂ ਦੇ ਵਿੱਚ ਪੈਸਾ ਲੱਗਾ। ਪਰ ਜਦੋਂ ਉੱਥੇ ਜਾ ਕੇ ਦੇਖਦੇ ਹਾਂ ਆਪਣੇ ਇਸ ਨਗਰ ਦੇ ਵਿੱਚ, ਸਾਨੂੰ ਤਾਂ ਉੱਥੇ ਕੁਝ ਨਹੀਂ ਦਿਸਦਾ। ਜਾਂ ਤੁਸੀਂ ਮੈਨੂੰ ਦਿਖਾ ਦਿਓ ਜੇ ਚੀਜ਼ ਉੱਥੇ ਕੋਈ ਬਣੀ ਹੋਈ ਦਿਖਦੀ ਹੈ, ਜਾਂ ਤੁਸੀਂ ਮੈਨੂੰ ਦਿਖਾ ਦਿਓ ਕਿ ਉੱਥੇ ਬਣੀ ਹੈ ਕੋਈ ਚੀਜ਼। ਜਿੰਨਾ ਪੈਸਾ ਆਇਆ ਸੀ, ਉਹਨੇ ਪੈਸੇ ਦੇ ਨਾਲ ਸਾਡਾ ਇਹ ਸ਼ਹਿਰ ਇੱਕ ਨਵਾਂ ਸ਼ਹਿਰ ਬਣ ਜਾਣਾ ਸੀ। ਅੱਜ ਆਪਾਂ ਧੱਕੇ ਖਾਂਦੇ ਆ ਡਾਕਟਰੀ ਸਹਾਇਤਾ ਵਾਸਤੇ। ਆਪਾਂ ਨੂੰ ਜਾਣਾ ਪੈਂਦਾ ਹੈ ਦੂਰ ਸ਼ਹਿਰਾਂ ਵਿੱਚ, ਕਪੂਰਥਲੇ, ਜਲੰਧਰ, ਲੁਧਿਆਣੇ। ਕਿਉਂ? ਜਿਹੜਾ ਇੰਨਾ ਪੈਸਾ ਆਇਆ ਸੀ, ਜੇ ਉਸ ਪੈਸੇ ਦਾ ਕੁਝ ਹਿੱਸਾ ਸਾਡੇ ਇਸ ਨਗਰ ਦੇ ਉੱਪਰ ਲੱਗ ਜਾਂਦਾ ਤੇ ਅੱਜ ਸਾਡਾ ਸਾਰਾ ਹੀ ਸੁਲਤਾਨਪੁਰ ਸ਼ਹਿਰ ਇਹਨਾਂ ਚੀਜ਼ਾਂ ਤੋਂ ਜਿਹੜਾ ਵਾਂਝਾ ਰਹਿ ਗਿਆ, ਉਹ ਵਾਂਝਾ ਨਾ ਰਹਿੰਦਾ। ਸਾਡੇ ਬੱਚੇ, ਸਾਡੀਆਂ ਬੱਚੀਆਂ, ਸਾਡੇ ਭਰਾ, ਉਹਨਾਂ ਨੂੰ ਸਾਰਿਆਂ ਨੂੰ ਇੱਕ ਇੱਥੇ ਸਹੀ, ਸਸਤੀ,
ਮੈਡੀਕਲ ਟ੍ਰੀਟਮੈਂਟ ਮਿਲ ਜਾਂਦੀ ਸੀ, ਮਿਲ ਸਕਦੀ ਸੀ। ਇਹ ਬਹੁਤ ਵੱਡੀ ਚੀਜ਼ ਆ ਅੱਜ ਕੱਲ੍ਹ ਦੇ ਜ਼ਮਾਨੇ 'ਚ, ਮੈਂ ਸਮਝਦਾ ਹਾਂ, ਕਿਉਂਕਿ ਬਾਕੀ ਚੀਜ਼ਾਂ ਦਾ ਆਮ ਬੰਦਾ ਅਫੋਰਡ ਕਰ ਲੈਂਦਾ, ਲੇਕਿਨ ਜਿਹੜੀ ਮੈਡੀਕਲ ਹੈ, ਜੋ ਸਿਹਤ ਹੈ, ਉਹਦੇ ਵਾਸਤੇ ਅੱਜ ਕੱਲ੍ਹ ਬਹੁਤ ਜ਼ਿਆਦਾ ਖਰਚ ਕਰਨਾ ਪੈਂਦਾ। ਟ੍ਰੀਟਮੈਂਟ ਬਹੁਤ ਮਹਿੰਗੀ ਹੋ ਗਈ ਹੈ, ਔਰ ਜਿੰਨਾ ਬਚਤ ਹੁੰਦੀ ਆ ਇੱਕ ਪਰਿਵਾਰ ਦੀ, ਮੈਂ ਸਮਝਦਾ ਉਹ ਸਾਲ ਦੇ ਵਿੱਚ ਕੋਈ ਨਾ ਕੋਈ ਬਿਮਾਰੀ ਇਦਾਂ ਦੀ ਆ ਹੀ ਜਾਂਦੀ ਆ ਕਿ ਉਹ ਸਾਰਾ ਉਹ ਤੋਂ ਨਿਕਲ ਜਾਂਦਾ, ਆਪਾਂ ਫਿਰ ਵਾਪਸ ਜਿਹੜੀ ਸੇਵਿੰਗ ਹੁੰਦੀ ਉਹ ਉੱਥੇ ਦੇ ਉੱਥੇ ਰਹਿ ਜਾਂਦੀ ਹੈ। ਹਾਲਾਤ ਇਦਾਂ ਦੇ ਬਣੇ ਹੋਏ ਆ, ਹਾਲਾਤ ਇਦਾਂ ਦੇ ਬਣੇ ਹੋਏ ਆ। ਬੱਚਿਆਂ ਨੂੰ ਐਜੂਕੇਸ਼ਨ, ਜਦੋਂ ਕਾਂਗਰਸ ਸਰਕਾਰ ਬਣੀ ਸੀ, ਇਹਨਾਂ ਨੇ ਬੜੇ ਝੂਠੇ ਵਾਅਦੇ ਕੀਤੇ ਸੀ। ਮੈਨੂੰ ਯਾਦ ਆ ਕਿ ਮੈਂ ਵੀ ਉਸ ਇੱਕ ਰੈਲੀ ਦੇ ਵਿੱਚ ਗਿਆ ਸੀ, ਜਿੱਥੇ ਇਹਨਾਂ ਨੇ ਗੁਟਕਾ ਸਾਹਿਬ ਦੇ ਉੱਪਰ ਰੱਖ ਕੇ ਝੂਠੀਆਂ ਕਸਮਾਂ ਖਾਧੀਆਂ ਸੀ ਕਿ ਅਸੀਂ ਬੱਚਿਆਂ ਨੂੰ ਘਰ ਨੌਕਰੀ ਦੇਵਾਂਗੇ, ਬਿਜਲੀ ਫ੍ਰੀ ਕਰਾਂਗੇ। ਇਹੋ ਜਿਹੇ 50 ਝੂਠ ਬੋਲੇ ਸੀਗੇ, ਔਰ ਉਹ ਝੂਠ ਖਤਮ ਨਹੀਂ ਹੋਏ। ਉਹ ਝੂਠ ਹਾਲੇ ਤੱਕ ਬੋਲੇ ਜਾਂਦੇ ਸੀ ਜਦੋਂ ਤੱਕ ਕਿ ਆਪਣਾ ਚੋਣ ਜਾਬਤਾ ਨਹੀਂ ਲੱਗਾ ਸੀ। ਸਿਰਫ ਫਰਕ ਕੀ ਪਿਆ ਸੀ, ਜਿਹੜੇ ਚੀਫ ਮਿਨਿਸਟਰ ਸੀ ਉਹ ਬਦਲੀ ਹੁੰਦੇ ਗਏ, ਕਿਉਂਕਿ ਆਪਸ ਵਿੱਚ ਇਹਨਾਂ ਦੀ ਇੰਨੀ ਭੱਜ ਦੌੜ ਹੋ ਗਈ ਸੀ, ਇੰਨੀ ਲੁੱਟ ਖਸੁੱਟ ਚੱਲ ਰਹੀ ਸੀ। ਇਹ ਆਪ ਆਪਣੀ ਕੁਰਸੀ ਦੇ ਵਿੱਚ ਲੜਦੇ ਅੱਜ ਪਤਾ ਨਹੀਂ ਦੂਜਾ ਤੀਜਾ ਸੀਐਮ ਆ, ਉਹਨੂੰ ਵੀ ਟਿਕਣ ਨਹੀਂ ਦਿੰਦੇ। ਇਹ ਆਪ ਲੜਦੇ ਨੇ। ਇਹ ਬੇਸਿਕਲੀ ਗੱਲ ਇਹੋ ਹੀ ਆ, ਕਿਉਂਕਿ ਜਦੋਂ ਤੁਸੀਂ ਕਿਸੇ ਐਸੇ ਜਗ੍ਹਾ ਦਾ ਧਰੋਹ ਕਰਦੇ ਹੋ, ਧੋਖਾ ਕਰਦੇ ਹੋ, ਤਾਂ ਤੁਹਾਨੂੰ ਭੁਗਤਣਾ ਪੈਂਦਾ। ਉਹ ਭੁਗਤਣਾ ਪੈ ਰਿਹਾ। ਇਸੇ ਕਰਕੇ ਹੀ ਅੱਜ ਕਾਂਗਰਸ ਦਾ ਇਹ ਹਾਲ ਹੈ। ਕਾਂਗਰਸ ਦਾ ਇਹ ਹਾਲ ਹੋ ਗਿਆ ਇਸੇ ਕਰਕੇ ਕਿ ਅੱਜ ਉਹਨਾਂ ਦਾ ਕੈਂਡੀਡੇਟ ਇੱਥੇ, ਅਸੀਂ ਜਾਂਦੇ ਹਾਂ ਪਿੰਡਾਂ ਦੇ ਵਿੱਚ। ਅੱਜ ਇੱਕ ਪਿੰਡ 'ਚ ਗਏ ਸੀ ਅਸੀਂ, ਸ਼ਾਲਾਪੁਰ ਪਿੰਡ ਦੇ ਵਿੱਚ। ਹੁਣ ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਆ ਤੁਹਾਡੇ ਨਗਰ ਦਾ ਇਕੱਠ ਦੇਖ ਲਓ, ਛੋਟਾ ਜਿਹਾ ਪਿੰਡ ਹੈ ਇਹ, ਕਿੰਨਾ ਵਿਸ਼ਾਲ ਇਕੱਠ ਆ। ਅਸੀਂ ਉਸ ਪਿੰਡ 'ਚ ਗਏ ਕਿਉਂਕਿ ਸਾਡਾ ਇਕੱਠਿਆਂ ਦਾ ਪ੍ਰੋਗਰਾਮ ਉਸ ਪਿੰਡ ਵਿੱਚ ਸੀ ਸਬੱਬ ਨਾਲ। ਤੁਸੀਂ ਹੈਰਾਨ ਹੋਵੋਗੇ, ਉਸ ਪਿੰਡ ਦੇ ਵਿੱਚ ਸਿਰਫ 10 ਜਾਂ 15 ਬੰਦੇ ਬੈਠੇ ਸੀ, ਔਰ ਉਹ ਉਡੀਕ ਰਿਹਾ ਸੀ ਉਹਨਾਂ ਨੂੰ, ਉੱਥੋਂ ਦਾ ਨੇਤਾ ਵੀ ਕੋਈ ਆਵੇ ਤੇ ਮੇਰਾ ਕੋਈ ਭਾਸ਼ਣ ਵੀ ਸੁਣੇ। ਇਹ ਹਾਲਾਤ ਬਣ ਚੁੱਕੇ ਆ ਵੀਰੋ। ਇਹ ਸਭ ਇਹਨਾਂ ਨਾਲ ਹੋਣਾ ਹੀ ਸੀ, ਕਿਉਂਕਿ ਇਹਨਾਂ ਨੂੰ ਇਹ ਭੁਗਤਣਾ ਪੈਣਾ ਸੀਗਾ। ਮੈਂ ਅੱਜ ਬੇਨਤੀ ਕਰਨ ਆਇਆ ਤੁਹਾਨੂੰ ਕਿ ਇਹ ਜੋ ਸਭ ਕੁਝ ਆਪਣੇ ਇਸ ਸ਼ਹਿਰ ਨਾਲ ਹੋਇਆ, ਆਪਾਂ ਇਸ ਦੇ ਬਦਲੇ ਲੈਣੇ ਆ। ਕਿਉਂਕਿ ਮੈਂ ਆਪਣੇ ਆਪ ਨੂੰ ਸਮਝਦਾ ਕਿ ਮੈਂ ਤਾਂ ਰਿਟਾਇਰ ਹੋ ਗਿਆ, ਲੇਕਿਨ ਜੇ ਆਪਾਂ ਹਰ ਚੀਜ਼ ਨੂੰ ਭੁੱਲੀ ਜਾਵਾਂਗੇ ਤੇ ਫਿਰ ਉਹਦੇ ਵਿੱਚ ਆਪਾਂ ਵੀ ਕਸੂਰ ਮੰਨਦਾ। ਜਿਹੜੀ ਚੀਜ਼ ਗਲਤ ਹੋਈ ਆ, ਉਹ ਗਲਤ ਨੂੰ ਗਲਤ ਕਹਿਣਾ ਆਪਣਾ ਫਰਜ਼ ਆ, ਔਰ ਮੈਂ ਕਹੂੰਗਾ ਇਹ ਗਲਤ ਨੂੰ ਗਲਤ ਮੈਂ ਕਹੂੰਗਾ। ਜੋ ਇਹਨਾਂ ਨੇ ਸਾਡੇ ਇਸ ਸੁਲਤਾਨਪੁਰ ਨੂੰ ਲੁੱਟਿਆ ਤੇ ਕੁੱਟਿਆ, ਮੈਂ ਸਾਰਾ ਉਹਦਾ ਹਿਸਾਬ ਕਿਤਾਬ ਲੈਣਾ, ਔਰ ਮੈਂ ਸ਼ੁਰੂ ਕਰ ਦਿੱਤਾ। ਮੇਰੀ ਜੇਬ ਦੇ ਵਿੱਚ ਹਾਲੇ ਮੇਰੇ ਕੋਲ ਪੂਰਾ ਰਿਕਾਰਡ ਆ ਗਿਆ, ਆਸਤੇ ਆ ਜਾਣਾ। ਅਗਲੇ 4-5 ਸਾਲਾਂ ਦੇ ਵਿੱਚ ਮੈਂ ਤੁਹਾਨੂੰ ਸਾਹਮਣੇ ਸ਼ੀਸ਼ਾ ਕੱਢ ਕੇ ਰੱਖ ਦੂੰਗਾ, ਔਰ ਉਹ ਸਾਰਾ ਵਾਪਸ ਇਹਨਾਂ ਨੂੰ ਦੇਣਾ ਪਏਗਾ। ਇੱਥੋਂ ਤੱਕ ਇਹੋ ਹੀ ਨਹੀਂ, ਜਿਹੜੇ ਝੂਠੇ ਪਰਚੇ ਹੋਏ ਆ, ਮੈਂ ਉਹਦਾ ਵੀ ਹਿਸਾਬ ਕਿਤਾਬ ਲੈਣਾ। ਸਿਰਫ ਮੈਨੂੰ ਚਾਹੀਦਾ ਤੁਹਾਡਾ ਸਾਥ, ਮੈਨੂੰ ਚਾਹੀਦਾ ਤੁਹਾਡਾ ਸਹਾਰਾ। ਉਹ ਮੇਰਾ ਸਹਾਰਾ ਤੁਸੀਂ ਬਣੋ, ਮੇਰਾ ਸਾਥ ਦਿਓ। ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਜਿਤਾਈਏ, ਉਹਨਾਂ ਨੂੰ ਵੋਟਾਂ ਪਾਈਏ। 20 ਤਰੀਕ ਨੂੰ ਵੋਟਾਂ ਪੈਣੀਆਂ, ਰਹਿ ਗਏ ਦਿਨ ਥੋੜੇ ਕੀ। ਇਸ ਕਰਕੇ ਵੀਰੋ, ਵੋਟ ਪਾ ਕੇ ਆਪਾਂ ਆਪਣੀ ਸਰਕਾਰ ਬਣਾਈਏ, ਔਰ ਇਸ ਸੁਲਤਾਨਪੁਰ ਸ਼ਹਿਰ ਨੂੰ ਫਿਰ ਖੁਸ਼ਹਾਲ ਬਣਾਈਏ, ਸੁੱਖ ਤੇ ਸਕੂਨ ਵਾਲਾ ਬਣਾਈਏ। ਮੇਰੀ ਮਦਦ ਕਰੋ, ਮੇਰਾ ਹੱਥ ਫੜੋ। ਬਹੁਤ ਬਹੁਤ ਧੰਨਵਾਦ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਇਹ ਆਪਣਾ ਕੀਮਤੀ ਸਮਾਂ ਜਿਹੜਾ ਅਕਾਲੀ ਦਲ ਜਿੰਦਾਬਾਦ, ਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ, ਸੁਖਬੀਰ ਸਿੰਘ ਬਾਦਲ ਜਿੰਦਾਬਾਦ, ਕੈਪਟਨ ਸਰਦਾਰ ਹਰਮਿੰਦਰ ਸਿੰਘ। ਪਿੰਡਾਂ 'ਚ ਮੀਟਿੰਗਾਂ ਚੱਲਦੀਆਂ ਵਾ ਇਲੈਕਸ਼ਨ ਦੇ ਤਹਿਤ, ਉਹਦੇ ਸੰਬੰਧ 'ਚ ਹੀ ਨਗਰ ਨੇ ਸੱਦਿਆ ਸੀ, ਉਹਨਾਂ ਨੂੰ ਇਨਵਾਈਟ ਕੀਤਾ ਸੀ, ਔਰ ਇਹ ਭਰੋਸਾ ਦਵਾਇਆ ਵਾ ਵੀ ਵੱਡੀ ਲੀਡ ਨਾਲ ਜਿਹੜੀ ਅਕਾਲੀ ਦਲ ਵਾ ਉਹ ਇੱਥੋਂ ਜਿੱਤ ਪ੍ਰਾਪਤ ਕਰੂਗੀ। ਔਰ ਕੈਪਟਨ ਹਰਮਿੰਦਰ ਸਿੰਘ ਜੀ ਜਿਹੜੇ ਆ ਉਹ MLA ਬਣ ਕੇ ਸੁਖਬੀਰ ਸਿੰਘ ਦੀ ਟਿਕਟ ਜਿਹੜੀ ਆ ਸੀਟ ਜਿਹੜੀ ਆ ਝੋਲੀ 'ਚ ਪਊਗੀ।